Konnichiwa. ਇਹ ਮੈਂ ਜੈਪਨੀਜ਼ ਗੁੱਡ ਡੇ ਦਾ ਸੰਬੋਧਨ ਕੀਤਾ ਕਿਉਂਕਿ ਪਿਛਲੇ ਇੱਕ ਦੋ ਵਾਰੀ 'ਚ ਕੁਝ ਦੋਸਤਾਂ ਨੇ ਮੈਨੂੰ ਪੁੱਛਿਆ ਕਿ ਇਹ ਜਿਹੜਾ ਤੁਸੀਂ ਚੋਲਾ ਜਿਹਾ ਪਾ ਕੇ ਰੱਖਿਆ ਹੈ ਇਹ ਕੀ ਹੈ। ਇਹ ਅਸਲ 'ਚ ਜੈਪਨੀਜ਼ ਕੀਮੋਨੋ ਜਿਹਨੂੰ ਕੀਮੋਨੋ ਵੀ ਕਹਿੰਦੇ ਨੇ, ਇੱਕ ਸਿੰਪਲ ਜਿਹਾ ਚੋਲਾ। ਇਹ ਪਿਛਲੇ ਟ੍ਰਿਪ 'ਚ ਜਦੋਂ ਮੈਂ ਜਾਪਾਨ ਗਿਆ ਨਵੰਬਰ ਦਸੰਬਰ 'ਚ, ਅਤੇ ਉੱਥੇ ਮੇਰੇ ਬਹੁਤ ਦੋਸਤ ਹੈਗੇ ਨੇ ਸਾਇੰਸਦਾਨ, ਉਹਨਾਂ 'ਚੋਂ ਕਿਸੇ ਨੇ ਬੜੇ ਪਿਆਰ ਨਾਲ ਇਹ ਦਿੱਤਾ। ਸੋ ਮੈਨੂੰ ਕਦੇ ਕਦੇ ਜਿਹੋ ਜਿਹਾ ਮੇਰਾ ਮੂਡ ਦੇ ਨਾਲ ਚੱਲ ਰਿਹਾ ਹੋਵੇ ਉਹਦੇ ਵਿੱਚ ਚੰਗਾ ਲੱਗਦਾ। ਅੱਜ ਅਸੀਂ ਗੱਲ ਫਿਰ ਅੱਗੇ ਵਧਾਉਣੀ ਹੈ ਉਸ ਇਕੁਏਸ਼ਨ ਦੀ, ਪਰ ਇਹ ਫਿਰ ਮੈਨੂੰ ਕਈ ਵਾਰ ਦੁਬਾਰਾ ਯਾਦ ਦਿਵਾਉਣਾ ਪੈਂਦਾ ਹੈ ਕਿ ਮੈਂ ਕਿਉਂਕਿ ਇੱਕ ਬਾਇਓਲੋਜੀ ਦਾ ਬੰਦਾ ਅਤੇ ਮੇਰੇ ਜ਼ਿਆਦਾ ਗੱਲਬਾਤ ਬਾਇਓਲੋਜੀ ਦੇ ਨੇੜੇ ਤੇੜੇ ਹੁੰਦੀ ਹੈ। ਅਤੇ ਜਦੋਂ ਅਸੀਂ ਏਜਿੰਗ ਦੇ ਮਾਮਲੇ ਵਿੱਚ, ਜਿਹਨੂੰ ਏਜਿੰਗ ਦੀ ਰਿਸਰਚ ਨੂੰ ਜੈਰੈਂਟੋਲੋਜੀ ਕਹਿੰਦੇ ਹਾਂ, ਅਤੇ ਉਹਨੂੰ ਜੇ ਅਸੀਂ ਬਾਇਓਲੋਜੀ ਦੇ ਵਿੱਚ ਜਦੋਂ ਡੀਲ ਕਰੀਏ ਤਾਂ ਉਹਨੂੰ ਕਹਿੰਦੇ ਹਾਂ ਬਾਇਓਜੈਰੈਂਟੋਲੋਜੀ। ਹਾਂਜੀ, ਇਹ ਇੱਕ ਇੰਟਰਨੈਸ਼ਨਲ ਰਿਸਰਚ ਜਰਨਲ ਹੈ ਜਿਹੜਾ 20 ਸਾਲ ਤੋਂ ਮੈਂ ਇਹਦਾ ਐਡੀਟਰ ਹਾਂ ਅਤੇ ਇਹਨੂੰ ਚਲਾ ਰਿਹਾ। ਇਹ ਅਸਲ 'ਚ ਕੋਇਨ ਬਾਇਓਜੈਰੈਂਟੋਲੋਜੀ ਟਰਮ ਵੀ ਮੈਂ ਹੀ ਪੁੱਟ ਫਾਰਵਰਡ ਕੀਤੀ ਸੀ ਜਦੋਂ ਇਹ ਜਰਨਲ ਸ਼ੁਰੂ ਕੀਤਾ। ਸੋ ਉਸ ਬਾਇਓਲੋਜੀ ਦੀਆਂ ਗੱਲਾਂ ਦੇ ਵਿੱਚ ਜੀਨਸ ਨੂੰ ਅੱਗੇ ਵਧਾਉਂਦੇ ਹਾਂ। ਥੋੜ੍ਹੀਆਂ ਜਿਹੀਆਂ ਗੱਲਾਂ ਉਹਨੂੰ ਅਸੀਂ ਖ਼ਤਮ ਅੱਜ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਫਿਰ ਅਸੀਂ ਉਸ ਤੋਂ ਇਕੁਏਸ਼ਨ ਦੇ ਅਗਲੇ ਹਿੱਸੇ 'ਚ ਵੀ ਜਾਣਾ ਕਿ ਜੀਨਸ ਦੇ ਸਾਨੂੰ ਬੜੀ ਸਮਝ ਵੱਧ ਗਈ ਹੈ। ਜੀਨਸ ਸਾਡੇ, ਅਸੀਂ ਇਹਨਾਂ ਨੂੰ ਬਦਲਾਂਗੇ ਵੀ, ਅਸੀਂ ਇਹਨਾਂ ਨੂੰ ਇੰਪਰੂਵ ਵੀ ਕਰਾਂਗੇ। ਅਤੇ ਪਰ ਉਹ ਜਿਹੜੀਆਂ ਚੀਜ਼ਾਂ ਨੇ ਈਵਨ ਜਿਨ੍ਹਾਂ ਦੇ ਤੋਂ ਵੀ ਵੱਡੇ ਲੈਵਲ ਦੇ ਉੱਤੇ ਸਾਡੇ, ਅਸੀਂ ਜੈਨੇਟਿਕ ਇੰਜੀਨੀਅਰਿੰਗ ਦੇ ਨਾਲ ਆਪਣੇ ਆਪ ਨੂੰ ਰੋਬੋਟਸ ਦੇ ਵਿੱਚ ਵੀ ਡਾਊਨਲੋਡ ਸ਼ਾਇਦ ਕਰਾਂਗੇ। ਅੱਜ ਕੱਲ੍ਹ ਇਹੋ ਜਿਹੀਆਂ ਗੱਲਾਂ ਚੱਲਦੀਆਂ ਪਈਆਂ, ਹਾਂਜੀ। ਜਾਂ ਸਰੀਰ ਹੀ ਬਿਲਕੁਲ ਨਵੇਂ ਕਿਸਮ ਦੀ ਮੈਟਲਸ ਦੇ ਬਣਨ, ਉਸ ਫੀਲਡ ਨੂੰ ਟਰਾਂਸ ਹਿਊਮਨਿਜ਼ਮ ਕਹਿੰਦੇ ਨੇ ਜੀ। ਕਿ ਟਰਾਂਸ ਹਿਊਮਨਿਜ਼ਮ ਦੀ ਇੱਕ ਟਰੈਂਡ ਚੱਲਦਾ ਜਿਹੜਾ ਵਾਕਈ ਹਾਲੀ ਸਾਇੰਸ ਫਿਕਸ਼ਨ ਲੱਗਦਾ, ਪਰ ਇੱਕ ਇਹ ਲੱਗਦਾ ਕਿ ਰੋਬੋਟਸ ਦੇ ਵਿੱਚ ਜੇ ਸਾਡਾ ਬ੍ਰੇਨ ਤੇ ਆ ਜਾਵੇ, ਖਾਸ ਕਰਕੇ ਮੈਮਰੀਜ਼ 'ਤੇ, ਕਿਉਂਕਿ ਸਾਰੀ ਸਾਡਾ ਜਿਹੜਾ ਸੈਲਫ ਹੈ ਉਹ ਅਸੀਂ ਕਈ ਵਾਰ ਇਹ ਮੰਨ ਕੇ ਚੱਲਦੇ ਹੋ ਸਾਡੀ ਯਾਦਾਂ 'ਚ, ਸਾਡੀ ਮੈਮਰੀਜ਼ 'ਚ ਹੈ। ਸੋ ਉਹ ਜੈਨੇਟਿਕ ਇੰਜੀਨੀਅਰਿੰਗ 'ਤੇ ਬੜੀ ਵੱਡੀ ਹੋ ਰਹੀ ਹੈ। ਪਰ ਜਿਵੇਂ ਕੱਲ੍ਹ ਵੀ ਗੱਲ ਹੋਈ ਸੀ ਕਿ ਇਹਦੇ ਨਾਲ ਕੁਐਸਚਨ ਉਹੀ ਆਉਂਦਾ ਹੈ ਕਿ ਕੀ ਇਹ ਸਾਡੇ ਮਨੁੱਖ ਹੋਣ ਨੂੰ ਚੈਲੰਜ ਕਰਦੀ ਹੈ ਕਿ ਅਸੀਂ ਮਨੁੱਖ ਕੀ ਹਾਂ। ਹਾਂਜੀ, ਕਿ ਮਨੁੱਖ ਸਿਰਫ ਸਾਡਾ ਜਿਹੜਾ ਸਾਇੰਟੀਫਿਕ ਨਾਮ ਹੈ ਹੋਮੋਸੇਪੀਅਨਸ ਉਹੀ ਮਨੁੱਖ ਹੈ, ਕਿ ਸਾਨੂੰ ਹੋਮੋਸੇਪੀਅਨਸ ਤੋਂ ਹਿਊਮਨ ਬੀਇੰਗ ਬਣਨਾ ਪੈਂਦਾ, ਜਿਹੜਾ ਕਿ ਕਿਸੇ ਹੋਰ ਜਾਨਵਰ ਨੂੰ ਨਹੀਂ ਬਣਨਾ ਪੈਂਦਾ। ਡਰੋਸੋਫਿਲਾ ਮਿਲੈਨੋਗਾਸਟਰ ਜਿਹੜੀ ਇੱਕ ਮੱਖੀ ਹੈ ਉਹਨੂੰ ਕੋਈ ਹੋਰ ਨਹੀਂ ਬਣਨਾ ਪੈਂਦਾ। ਇੱਕ ਚੂਹੇ ਰੈਟਸ ਨੂੰ ਆਪਣੇ ਤੋਂ ਸ਼ਾਇਦ ਕੁਝ ਹੋਰ ਨਹੀਂ ਬਣਨਾ ਪੈਂਦਾ। ਪਰ ਹੋਮੋਸੇਪੀਅਨਸ ਦੀ ਸਾਰੀ ਕਹਾਣੀ ਇਸ ਚੀਜ਼ ਦੀ ਕਹਾਣੀ ਹੈ ਕਿ ਸਾਰੇ ਹੋਮੋਸੇਪੀਅਨਸ ਦੀ ਇਸ ਚੀਜ਼ ਦੀ ਕਹਾਣੀ ਹੈ ਕਿ ਉਹ ਹੋਮੋਸੇਪੀਅਨਸ ਤੋਂ ਹਿਊਮਨ ਬੀਇੰਗ ਕਿਵੇਂ ਬਣੇ। ਅਤੇ ਉਹ ਅਸੀਂ ਕਈ ਇਨਸਾਨ ਆਪਣੇ ਬਾਰੇ ਇੰਝ ਸੋਚਦਾ ਕਿਉਂਕਿ ਅਸੀਂ ਸਭ ਤੋਂ ਉੱਤਮ ਕਿਸਮ ਆ ਅਤੇ ਇਹਦੇ 'ਚ ਕੋਈ ਛੇੜਛਾੜ ਨਹੀਂ ਹੋਣੀ ਚਾਹੀਦੀ। ਹਾਂਜੀ, ਉੱਤਮ ਕਿਸਮ ਦਾ ਵੀ ਰੀਜ਼ਨ ਜਿਹੜੇ ਨੇ ਉਹ ਇਹ ਆਉਂਦਾ ਹੈ ਕਿ ਜਿਵੇਂ ਵੈਸਟਰਨ ਕ੍ਰਿਸਚਨ ਰਿਲੀਜਨ ਦੇ ਵਿੱਚ ਜਾਂ ਵੈਸਟਰਨ ਰਿਲੀਜਨਸ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਗੋਡ ਮੇਡ ਮੈਨ ਇਨ ਹਿਜ਼ ਇਮੇਜ, ਅਤੇ ਜੇ ਅਸੀਂ ਗੋਡ ਦੀ ਇਮੇਜ ਦੇ ਹਾਂ ਅਤੇ ਅਸੀਂ ਉਹਦੇ ਆਲਮੋਸਟ ਪਰਫੈਕਟ ਹਾਂ, ਇਹ 'ਚ ਸਾਡੀ ਛੇੜਛਾੜ ਦੀ ਕਾਹਨੂੰ ਸਾਨੂੰ ਕੋਈ ਹੱਕ ਨਹੀਂ ਹੈਗਾ। ਪਰ ਦੂਜੇ ਪਾਸੇ ਇੰਨੀਆਂ ਬਿਮਾਰੀਆਂ, ਇੰਨੀਆਂ ਚੀਜ਼ਾਂ ਦਾ ਇਲਾਜ ਕਰਨ ਦੇ ਲਈ ਮਨੁੱਖਾਂ ਦੇ ਉੱਤੇ ਰਿਸਰਚ ਵੀ ਕਰਨ ਦੀ ਲੋੜ ਹੈ। ਫਿਰ ਮਨੁੱਖ ਨੂੰ ਕਿਵੇਂ ਪਛਾਣਿਆ ਜਾਏ ਕਿ ਕਿਹੜਾ ਜੀਵ ਮਨੁੱਖ ਹੈ। ਇਹਦੇ ਲਈ ਯੂਰਪੀਅਨ ਯੂਨੀਅਨ 'ਚ ਕੋਈ 10 ਕੁ ਸਾਲ ਪਹਿਲੇ ਇੱਕ ਕਮੇਟੀ ਬੈਠੀ ਜਿਨ੍ਹਾਂ ਨੇ 3-4 ਸਾਲ ਲਾਏ ਇਸ ਗੱਲ ਨੂੰ ਸਮਝਣ 'ਚ ਕਿ ਮਨੁੱਖ ਕੀ ਹੁੰਦਾ, ਕਿਉਂਕਿ ਇਹ ਬੜੇ ਜ਼ਰੂਰੀ ਸੀ ਜਾਣਨਾ ਕਿ ਜਿਉਂ ਹੀ ਗਰਭ ਦੇ ਵਿੱਚ ਇੱਕ ਨਵਾਂ ਜੀਵ ਸ਼ੁਰੂਆਤ ਹੁੰਦੀ ਹੈ ਸਪਰਮ ਅਤੇ ਐਗ ਦੇ ਮਿਲਣ ਦੇ ਨਾਲ, ਕਿ ਉਦੋਂ ਹੀ ਅਸੀਂ ਉਹਨੂੰ ਮਨੁੱਖ ਕਹਿ ਸਕਦੇ ਹਾਂ। ਫਿਰ ਕਿ ਕਿਸੇ ਲੇਟ ਸਟੇਜ 'ਤੇ ਕਹਿਣਾ, ਹਾਂਜੀ, ਕਿਉਂਕਿ ਜ਼ਰੂਰੀ ਸੀ ਕਿ ਅਸੀਂ ਕਿਹੜੀ ਤਰ੍ਹਾਂ ਦੀ ਰਿਸਰਚ ਕਰ ਸਕਦੇ ਹਾਂ, ਕਿਹੜੀ ਨਹੀਂ, ਭਰੂਣ ਹੱਤਿਆ ਦੇ ਮਾਮਲੇ ਤੋਂ ਲੈ ਕੇ ਅਬੋਰਸ਼ਨ ਦੇ ਹੱਕ ਤੱਕ। ਸੋ ਇਹ ਮਨੁੱਖ ਜਿਹੜਾ ਵੈ ਉਹ ਇੱਕ ਬਾਇਓਲੋਜੀਕਲ ਕੌਨਸੈਪਟ ਹੈ ਕਿ ਸਾਡੇ ਜੀਨੋਮ, ਸਾਡੀ ਸਾਰੀ DNA ਮਿਣ ਲਓ ਅਤੇ ਉਹ ਹੋਮੋਸੇਪੀਅਨਸ ਦੀ DNA ਇੱਕ ਖਾਸ ਕਿਸਮ ਦੀ ਹੈ। ਪਰ ਉਹਦੇ 'ਚ ਕੱਲ੍ਹ ਗੱਲ ਹੋਈ ਕਿ ਕੋਈ ਵੀ ਦੋ ਮਨੁੱਖਾਂ ਦੀ DNA ਐਗਜ਼ੈਕਟਲੀ ਇੱਕੋ ਜਿਹੀ ਨਹੀਂ ਹੈ। ਸੋ ਜਿੰਨੇ ਮਨੁੱਖ ਨੇ ਉਨੇ ਹੀ DNA ਦੇ ਸੀਕੁਐਂਸ ਹੋਣ ਦੇ ਚਾਂਸਿਸ ਨੇ, ਅਤੇ ਉਹ ਬੜੀ ਦਿੱਕਤ ਆ ਗਈ ਉਸ ਡੈਫੀਨੇਸ਼ਨ ਨੂੰ ਲੈਣ ਦੀ ਕਿ ਅਸੀਂ ਸਿਰਫ DNA ਦੇ ਲੈਵਲ ਦੇ ਉੱਤੇ ਮੈਜਰ ਕਰਕੇ ਮਨੁੱਖ ਨਹੀਂ ਕਹਿ ਸਕਦੇ,
क्योंकि इन्नी वेरीएशन है। क्योंकि जे असीं सिर्फ DNA ते लईए तो फिर जैनेटिक इंजीनियरिंग करन दे नाल मनुख खत्म होएगा। तो मनुख तो अगला लफज फिर आंदा मनुखता। वो की हुंदी है कि मनुख की ਉਹਦੇ ਆਪਣੇ पहली गल कि सिर्फ शरीर तो देखना है कि ਜਿਹਦੀ ਇਹੋ ਜਿਹਾ ਮੂੰਹ ਹੈ, ਇਹੋ ਜਿਹੀਆਂ ਬਾਹਾਂ ਨੇ, ਇੰਨਾ ਕੱਦ ਹੈ। ਉਹਦੇ ਵਿੱਚ ਬੜੀਆਂ ਪ੍ਰੋਬਲਮਸ ਆ ਜਾਂਦੀਆਂ ਕਿ ਕੋਈ ਜ਼ਮਾਨਾ ਸੀ ਕਿ ਕੁਝ ਸੁਸਾਇਟੀਆਂ ਦੇ ਵਿੱਚ ਅਸੀਂ ਕੁਝ ਦੂਜੀ ਕਿਸਮ ਦੇ ਬੰਦਿਆਂ ਨੂੰ ਮਨੁੱਖ ਹੀ ਨਹੀਂ ਸੀ ਸਮਝਦੇ, ਖਾਸ ਕਰਕੇ ਚਿੱਟੇ ਕਾਲੇ ਦੇ ਭੇਦ ਦੇ ਵਿੱਚ। ਸੋ ਮਨੁੱਖ ਜਿਹੜਾ ਉਹਦੇ ਜਨਮ ਤੇ ਉਹਦੇ ਰੰਗ ਤੇ ਉਹਦੇ ਸ਼ਕਲ ਨਾਲ ਜੁੜਿਆ ਹੋਇਆ, ਕਿ ਉਹਦੇ ਸੈਕਸ ਨਾਲ ਜੁੜਿਆ। ਮੇਲ ਤੇ ਫੀਮੇਲ ਇੱਕੋ ਜਿਹੇ ਮਨੁੱਖ ਹੁੰਦੇ ਨੇ, ਕਿ ਮਨੁੱਖ ਆਪਣੇ ਬਿਹੇਵੀਅਰ ਕਰਕੇ ਹੁੰਦਾ ਕਿ ਉਹ ਮਨੁੱਖ ਮਨੁੱਖਾਂ ਵਰਗਾ ਬਿਹੇਵ ਕਰੇ। ਉਹ ਕਿਹੜੇ ਹੁੰਦੇ ਨੇ? ਹੁਣ ਇਹ ਵੀ ਬੜੇ ਫੈਸੀਨੇਟਿੰਗ ਸਵਾਲ ਨੇ, ਹਾਂਜੀ, ਜਿਹਦੇ ਵਿੱਚ ਮੈਨੂੰ ਬੜਾ ਸ਼ੌਕ ਹੈ, ਇਹਦੇ ਬਾਰੇ ਮੈਂ ਜਾਣਨਾ। ਮੈਂ ਬੜਾ ਇਹਨਾਂ ਚੀਜ਼ਾਂ ਦੇ ਸਕ੍ਰਿਪਚਰਸ ਤੋਂ ਲੈ ਕੇ ਤੇ ਮਾਈਥੋਲੋਜੀ ਪੜ੍ਹਦਾ ਕਿ ਮਨੁੱਖ ਅਸੀਂ ਕਿਹਨੂੰ ਕਹਿੰਦੇ ਹਾਂ। ਬੜਾ ਵੱਡਾ ਇਸ਼ੂ ਹੈ। ਜੇ ਮੌਕਾ ਸਾਨੂੰ ਇਸ ਲੜੀ 'ਚ ਮਿਲੇਗਾ ਉਹਦੀ ਵੀ ਗੱਲ ਕਰਾਂਗੇ। ਮਨੁੱਖ ਕੀ ਹੈ ਤੇ ਮਨੁੱਖਤਾ ਕੀ ਹੈ ਤੇ ਮਨੁੱਖਤਾਵਾਦ ਕੀ ਹੈ। ਪਰ ਇਹ ਜਿਹੜੀ ਹੈ ਨਾ ਸੈਂਕਟਿਟੀ ਆਫ ਲਾਈਫ, ਇਹਦੇ ਪਿੱਛੇ ਮਨੁੱਖ ਦੀ ਕਿਸੇ ਨੂੰ ਨਹੀਂ ਕਰਨਾ। ਤੇ ਉਸ ਫਿਰ ਕਮੇਟੀ ਨੂੰ ਜਿਹਨੂੰ ਆਰਡਰ ਕੀਤਾ ਗਿਆ ਸੀ ਜਾਂ ਰਿਕੁਐਸਟ ਕੀਤੀ ਸੀ ਕਿ ਮਨੁੱਖ ਦੀ ਪਰਿਭਾਸ਼ਾ ਤੇ ਬਣਾਓ ਕਿ ਮਨੁੱਖ ਕੀ ਹੈ। ਜਿਵੇਂ ਲਾਈਫ ਦੀ ਪਰਿਭਾਸ਼ਾ ਬਾਰੇ 5-7 ਲੈਕਚਰ ਪਹਿਲੇ ਮੈਂ ਗੱਲ ਕੀਤੀ ਸੀ ਨਾ ਕਿ ਲਾਈਫ ਨੂੰ ਪਰਿਭਾਸ਼ਾ ਦੇਣੀ ਬੜੀ ਮੁਸ਼ਕਿਲ ਹੋ ਜਾਂਦੀ। ਇਹੀ ਨਤੀਜਾ ਇਸ ਕਮੇਟੀ ਦਾ ਹੋਇਆ ਯੂਰਪੀਅਨ ਯੂਨੀਅਨ ਦੀ, ਕਿ 3-4 ਸਾਲਾਂ ਦੀਆਂ ਫਿਲੋਸਫਰ, ਸੋਸ਼ੀਓਲੋਜੀ, ਹਰ ਤਰ੍ਹਾਂ ਦੀਆਂ ਬਹਿਸਾਂ ਤੋਂ ਬਾਅਦ ਪਤਾ ਡੈਫੀਨੇਸ਼ਨ ਕੀ ਹੈ ਮਨੁੱਖ ਦੀ, ਓਫੀਸ਼ੀਅਲ ਡੈਫੀਨੇਸ਼ਨ। ਫਿਰ ਹੱਸੋਗੇ, ਮਨੁੱਖ ਉਹ ਹੈ ਜਿਹੜਾ ਇੱਕ ਦੂਜੇ ਮਨੁੱਖ ਤੋਂ ਪੈਦਾ ਹੋਇਆ। ਬਸ ਇਹ ਜੇ ਡੈਫੀਨੇਸ਼ਨ, ਓਫੀਸ਼ੀਅਲ ਡੈਫੀਨੇਸ਼ਨ। ਮਨੁੱਖ ਉਹ, ਇਹਨੂੰ ਕਹਿੰਦੇ ਨੇ ਸੈਲਫ ਰੈਫਰੈਂਸ਼ੀਅਲ ਡੈਫੀਨੇਸ਼ਨ ਆ, ਕਿ ਮਨੁੱਖ ਉਹ ਹੈ ਜਿਹੜਾ ਮਨੁੱਖਾਂ ਵਰਗਾ ਵਿਵਹਾਰ ਕਰਦਾ। ਫਿਰ ਸਾਨੂੰ ਮਨੁੱਖਾਂ ਦੇ ਵਿਵਹਾਰ ਵੀ ਤਾਂ ਲੱਭਣੇ ਪੈਣਗੇ ਨਾ। ਸੋ ਮਨੁੱਖ ਉਹ ਹੈ ਜਿਹੜਾ ਇੱਕ ਦੂਜੇ ਮਨੁੱਖ ਤੋਂ ਪੈਦਾ ਹੋਇਆ। ਤੇ ਜੇ ਅਸੀਂ ਮਨੁੱਖ ਦੀ ਉਸ ਡੈਫੀਨੇਸ਼ਨ ਦੇ ਵਿੱਚ ਉਹਦੀਆਂ ਵੇਰੀਏਸ਼ਨਸ, ਉਹਦੀਆਂ ਰੰਗਾਂ ਦੇ, ਅਕਲਾਂ ਦੇ, ਖੂਬਸੂਰਤੀ ਦੇ, ਜਿਨ੍ਹਾਂ ਦੇ ਭੇਦ ਭਾਵ ਨੂੰ ਇਕੱਠਾ ਕਰ ਲਈਏ ਤੇ ਫਿਰ ਉਹ ਮਨੁੱਖ ਇੱਕ ਜਾਤ ਦੇ ਰੂਪ ਦੇ ਵਿੱਚ, ਇੱਕ ਸਪੀਸੀਜ਼ ਦੇ ਰੂਪ ਵਿੱਚ ਲਿਆ ਜਾ ਸਕਦਾ ਹੈ। ਤੇ ਉਹਦੇ ਵਿੱਚ ਜਿਹੜੀਆਂ ਤਬਦੀਲੀਆਂ ਵੀ ਜੇ ਕਰਾਂਗੇ ਤੇ ਉਹ ਵੀ ਸਾਨੂੰ ਕੋਈ ਮਨੁੱਖ ਤੋਂ ਕੋਈ ਦੂਜਾ ਜਾਨਵਰ ਜਾਂ ਕੋਈ ਦੂਜੀ ਸਪੀਸੀਜ਼ ਨਹੀਂ ਬਣਾਉਂਦਾ। ਸੋ ਇਹ ਜਿਹੜੀ ਗੱਲ ਹੈ ਕਿ ਮਨੁੱਖ ਨੂੰ ਅਸੀਂ ਡੈਫੀਨੇਸ਼ਨ ਸਟਰਕਚਰ ਲੈਵਲ ਤੇ ਲੈ ਰਹੇ ਹਾਂ, ਕਿਉਂਕਿ ਉਹਦਾ ਕਿਹੋ ਜਿਹਾ ਸਰੀਰ ਹੈ, ਕਿ ਉਹਦੇ ਫੰਕਸ਼ਨ ਲੈਵਲ ਤੇ ਕਰ ਰਹੇ ਹਾਂ ਕਿ ਉਹਦਾ ਕਿਹੜਾ ਸਰੀਰ ਦਾ ਹਿੱਸਾ ਕਿਹੋ ਜਿਹਾ ਕੰਮ ਕਰਦਾ ਤੇ ਉਹ ਠੀਕ ਕਰਦਾ ਹੋਵੇ। ਈਵਨ ਬਾਇਓਲੋਜੀ ਦੇ ਲੈਵਲ ਤੇ ਤਾਂ ਉਹ ਮਨੁੱਖ ਹੈ, ਕਿ ਸੋਸ਼ੀਓਲੋਜੀ ਦੇ ਲੈਵਲ ਤੇ ਕਿ ਮਨੁੱਖ ਉਹ ਜਿਹੜਾ ਮਨੁੱਖਾਂ ਵਾਂਗਰ ਸੋਚਦਾ ਹੈ, ਮਨੁੱਖਾਂ ਵਾਂਗਰ ਬਿਹੇਵ ਕਰਦਾ ਹੈ। ਪਰ ਉਹਦੇ ਵਿੱਚ ਫਿਰ ਬੜਾ ਵੱਡਾ ਮਸਲਾ ਆ ਜਾਂਦਾ ਕਿ ਉਹ ਸਾਡੇ ਕਿਹੜੇ ਨੇ ਐਗਰੀਮੈਂਟ, ਕਿਉਂਕਿ ਉਹ ਜਿਹੜੇ ਨੇ ਸਾਡੇ ਨਿਸ਼ਾਨੀਆਂ ਮਨੁੱਖੀ ਬਿਹੇਵੀਅਰ ਦੀਆਂ, ਉਹ ਤਾਂ ਵੱਖ-ਵੱਖ ਕਲਚਰਸ ਵਿੱਚ ਬੜੀਆਂ ਵੱਖ-ਵੱਖ ਨੇ। ਜਿੱਥੇ ਇੱਕ ਕਿਸਮ ਦੇ ਮਨੁੱਖ ਦਾ ਬਿਹੇਵੀਅਰ ਬੜਾ ਸੈਲੀਬ੍ਰੇਟ ਕੀਤਾ ਜਾਂਦਾ, ਦੂਜਾ ਉੱਥੇ ਦੂਜੇ ਪਾਸੇ ਕਿਸੇ ਨੂੰ ਉਹ ਜ਼ਿੰਦਾ ਵੀ ਜਲਾ ਦੇਣ ਨੂੰ ਤਿਆਰ ਹੋ ਜਾਣਗੇ। ਸੋ ਇਹ ਬੜਾ ਮੁਸ਼ਕਿਲ ਕੰਮ ਹੈ। ਤੇ ਜਦੋਂ ਜੀਨਾਂ ਦੇ ਨਾਲ ਫਿਰ ਅਸੀਂ ਖੇਡਣ ਲੱਗ ਪਈਏ, ਉਹ ਤਾਂ ਹੋਰ ਵੀ ਚੈਲੰਜਿੰਗ ਹੋਣਾ ਸ਼ੁਰੂ ਹੋ ਜਾਂਦਾ। ਸੋ ਜੀਨਸ ਦੀ ਤਰੱਕੀ ਬੜੀ ਹੋ ਰਹੀ ਹੈ, ਟੈਕਨੋਲੋਜੀ ਆ ਰਹੀ ਹੈ, ਤੇ ਸਾਨੂੰ ਦੇਏਗੀ ਵੀ ਹੱਕ ਕਿ ਅਸੀਂ ਆਪਣੇ ਵਿੱਚ ਕਿਸ ਕਿਸਮ ਦੇ ਜੀਨ ਕਦੋਂ ਤੇ ਕਿੰਨੀ ਦੇਰ ਲਈ ਬਦਲ ਸਕਦੇ ਹਾਂ। ਸੋ ਇਸ ਇਕੁਏਸ਼ਨ E=GMC² ਦਾ ਪਹਿਲਾ ਜਿਹੜਾ ਪਾਰਟ ਹੈ G, ਇਹਨੂੰ ਅੱਜ ਹਾਲੀ ਟਾਈਮ ਬੀਇੰਗ ਦੇ ਲਈ ਅਸੀਂ ਇੱਥੇ ਕੀ ਨਿਬੇੜਦੇ ਹਾਂ, ਕਿਉਂਕਿ ਫਿਰ ਅੱਗੇ ਨਹੀਂ ਤੇ ਹੋਰ ਡਿਟੇਲ 'ਚ ਬੜਾ ਜਾਣ ਦੀ ਲੋੜ ਤਾਂ ਹੈਗੀ ਹੈ। ਹੁਣ ਆਉਂਦੀ ਹੈ ਫਿਰ G ਤੋਂ ਅਗਲਾ ਹਿੱਸਾ ਜਿਹੜਾ ਹੈ, ਹਾਂਜੀ, ਕਿ G ਤੋਂ ਬਾਅਦ ਇਹ ਜਿਹੜੀ ਆਣੀ ਹੈ E=GMC²। ਇਹਦੇ ਵਿੱਚ M ਕੀ ਹੈ? ਇਹ M ਦੀ ਮਿਸਟਰੀ ਕੀ ਚੀਜ਼ ਹੈ? ਉਹ ਮਿਸਟਰੀ M ਦੀ ਹੈਗੀ ਹੈ, M ਸਟੈਂਡਸ ਫਾਰ, ਲੈਟਿਨ ਭਾਸ਼ਾ ਦੇ ਵਿੱਚ ਜਾਂ ਸਾਇੰਟੀਫਿਕ ਭਾਸ਼ਾ ਦੇ ਵਿੱਚ M ਇਜ਼ ਮਿਲਿਊ, ਹਾਂਜੀ, MILIEU, ਮਿਲਿਊ। ਮਿਲਿਊ ਦੀ ਸੌਖੀ ਜਿਹੜੀ ਅੰਗਰੇਜ਼ੀ ਹੈ ਉਹ ਇਹੀ ਕਰਦੇ ਆ ਐਨਵਾਇਰਨਮੈਂਟ, ਸਰਾਊਂਡਿੰਗਸ। ਉਹਦੀ ਪੰਜਾਬੀ ਦੇ ਵਿੱਚ ਕਹਿ ਸਕਦੇ ਹਾਂ ਵਾਤਾਵਰਣ, ਪਰ ਉਹ ਫਿਰ ਥੋੜ੍ਹਾ ਇਨਕੰਪਲੀਟ ਵਰਡ ਮੈਨੂੰ ਲੱਗਦਾ, ਕਿਉਂਕਿ ਮਿਲਿਊ ਵਰਡ ਦੇ ਵਿੱਚ ਨਾ ਫਿਰ ਬੜਾ ਕੁਝ ਆਉਂਦਾ ਕਿ ਕਿੱਥੋਂ ਸ਼ੁਰੂ ਕਰੀਏ, ਮਿਲਿਊ ਕੀ ਹੈ। ਕਿਉਂਕਿ ਜੀਨਸ ਜਿਹੜੇ ਨੇ ਨਾ, ਜੀਨਸ ਨੂੰ ਮੈਂ ਇੱਥੇ, ਮੇਰੇ ਕੋਲ 1 ਕਿਲੋ ਜੀਨਸ ਹੋਣ ਤੇ ਮੈਂ ਇੱਥੇ ਆਪਣੀ ਮੇਜ਼ 'ਤੇ ਰੱਖ ਦੇਵਾਂ, ਉਹ ਕੁਝ ਨਹੀਂ ਕਰ ਸਕਦੇ, ਹਾਂਜੀ। ਉਹ ਸਿਰਫ ਪਿਓਰ ਕੈਮਿਸਟਰੀ ਹੋਏਗੀ, ਉਹ DNA ਹੋਏਗੀ। DNA ਆਪਣੇ ਆਪ 'ਚ ਕੁਝ ਨਹੀਂ ਕਰਦੀ। ਜੇ ਹੁਣ ਅਸੀਂ ਉੱਤੋਂ ਸ਼ੁਰੂ ਕਰੀਏ, ਜੀਨਸ ਦੇ ਉੱਤੇ ਕਿਸ ਕਿਸ ਚੀਜ਼ ਦਾ ਅਸਰ ਹੈ, ਉਹਦਾ ਮਿਲਿਊ ਕੀ ਚੀਜ਼ ਹੈ ਜਿਹੜੀ ਮਿਲਿਊ ਬਣਾਉਂਦੀ ਹੈ, ਉਹ ਤਾਂ ਫਿਰ ਜੇ ਉੱਪਰੋਂ ਸ਼ੁਰੂ ਕਰੀਏ ਤੇ ਫਿਰ ਬ੍ਰਹਿਮੰਡ ਤੋਂ ਸ਼ੁਰੂ ਹੁੰਦਾ ਕਿ ਸਾਰਾ ਬ੍ਰਹਿਮੰਡ ਦਾ ਹਿੱਸਾ ਅਸੀਂ ਹੋਣ ਕਰਕੇ ਉਹ ਬ੍ਰਹਿਮੰਡ ਸਾਡੇ ਜੀਨਾਂ ਲਈ ਵੀ ਮਿਲਿਊ ਹੀ ਹੈ। ਫਿਰ ਬ੍ਰਹਿਮੰਡ 'ਚੋਂ ਅਸੀਂ ਆ ਜਾਈਏ ਆਪਣੇ ਪਲੈਨਟ ਉੱਤੇ, ਧਰਤੀ ਉੱਤੇ, ਧਰਤੀ ਦਾ
ਓਵਰਆਲ ਮਿਲਿਓ ਕੀ ਹੈ। ਧਰਤੀ ਵਿੱਚ ਫਿਰ ਅਗਲੀ ਸਟੈਪ ਆਉਂਦਾ ਇਕੋਲੋਜੀ, ਜੀਵ ਜੰਤੂ ਹਰ ਤਰ੍ਹਾਂ ਦੇ, ਬੂਟੇ, ਵਾਇਰਸਿਸ, ਬੈਕਟੀਰੀਆ, ਹਰ ਚੀਜ਼ ਜਿਹੜੀ ਹੈ ਉਹ ਸਾਡੇ এনवायरमेंट ਦਾ ਹਿੱਸਾ ਹੈ। ਹਾਂਜੀ, ਫਿਰ ਉਸ ਧਰਤੀ ਦੇ ਮਿਲਿਓ ਤੋਂ ਲੈ ਕੇ ਫਿਰ ਅਸੀਂ ਆ ਜਾਂਦੇ ਹਾਂ ਜੇ ਆਪਣੇ ਸਪੀਸੀਜ਼ ਦੇ ਵਿੱਚ ਆ ਜਾਈਏ ਮਨੁੱਖ, ਤੇ ਪਾਪੂਲੇਸ਼ਨ ਲੈਵਲ ਦਾ ਮਿਲਿਓ ਉਹ ਕਿਵੇਂ ਸਾਨੂੰ ਇਫੈਕਟ ਕਰਦੀਆਂ। ਹਾਂਜੀ, ਹੋਰ ਥੱਲੇ ਚੱਲੋ, ਪਾਪੂਲੇਸ਼ਨ ਦੇ ਵਿੱਚੋਂ ਫਿਰ ਆ ਜਾਂਦੇ ਨੇ ਗਰੁੱਪ। ਹਾਂਜੀ, ਗਰੁੱਪਾਂ ਦੇ ਅੱਗੇ ਆਉਂਦੇ ਨੇ ਇੰਡੀਵਿਜੂਅਲ, ਕੱਲਾ ਕੱਲਾ ਮਨੁੱਖ, ਉਹਦਾ ਆਪਣਾ ਫਿਰ এনवायरमेंट ਕੀ ਬਣਦਾ ਜਿਹੜਾ ਜਿਨ੍ਹਾਂ ਦੇ ਲਈ ਜ਼ਰੂਰੀ ਹੈ। ਫਿਰ ਇੱਕ ਇੰਡੀਵਿਜੂਅਲ ਦੇ ਵਿੱਚ ਸਾਡਾ ਜਿਹੜੇ ਸਿਸਟਮਸ ਨੇ, ਹਾਂਜੀ, ਕਾਰਡੀਓਵੈਸਕੂਲਰ ਸਿਸਟਮ ਤੇ ਸਾਡਾ ਨਿਊਰੋਲੋਜੀਕਲ ਸਿਸਟਮ ਤੇ ਇਮਿਊਨ ਸਿਸਟਮ, ਹਾਂਜੀ, ਜਿੰਨੇ ਵੀ ਅਸੀਂ ਸਿਸਟਮਸ ਦੀ ਗੱਲ ਕਰਦੇ ਹਾਂ ਉਹ ਇੱਕ ਆਪਣੇ ਲੈਵਲ ਦਾ ਮਿਲਿਓ ਤਿਆਰ ਕਰਦੇ ਨੇ। ਫਿਰ ਸਿਸਟਮਸ ਦੇ ਵਿੱਚ ਅੱਗੋਂ ਹੁੰਦੇ ਨੇ ਟਿਸ਼ੂਜ਼, ਹਾਂਜੀ, ਟਿਸ਼ੂਜ਼ ਤੇ ਔਰਗਨਸ, ਕਿ ਬਾਂਹ ਦਾ ਮਿਲਿਓ ਤੇ ਬ੍ਰੇਨ ਦਾ ਮਿਲਿਓ ਤੇ ਲਿਵਰ ਦਾ ਮਿਲਿਓ, ਇਹਨਾਂ ਦੇ ਵਿੱਚ ਬੜੇ ਬੜੇ ਇੰਪੋਰਟੈਂਟ ਫਰਕ ਨੇ। ਅਸੀਂ ਉਹ ਸਾਰੀ ਚੀਜ਼ਾਂ ਜਿਹੜੀਆਂ ਸਾਇੰਸ ਦੇ ਘੋਖੀਆਂ ਹੋਈਆਂ ਜਾਣ, ਤੇ ਸਿਰਫ ਟਿਸ਼ੂ ਹੀ ਨਹੀਂ, ਫਿਰ ਟਿਸ਼ੂਆਂ ਦੇ ਅੰਦਰ ਸੈੱਲ ਇੱਕ ਦੂਜੇ ਨਾਲ ਕਿਵੇਂ ਗੱਲ ਕਰਦੇ ਨੇ, ਸੈੱਲਾਂ ਦਾ ਇੱਕ ਦੂਜੇ ਨਾਲ ਕਨੈਕਸ਼ਨ ਕਿਵੇਂ, ਸਾਰਾ ਬ੍ਰੇਨ ਦੀ ਫੰਕਸ਼ਨਿੰਗ, ਸਾਰੀ ਇੰਪੋਰਟੈਂਸ ਜਿਹੜੀ ਹੈ ਨਾ ਉਹ ਸੈੱਲਾਂ ਦੇ ਕਨੈਕਸ਼ਨਸ ਉੱਤੇ ਹੈ। ਕਿ ਸਾਰੀ ਮੈਮਰੀ ਵੀ ਸਾਡੀ ਉਹ ਸੈੱਲ ਦੇ ਵਿੱਚ ਨਹੀਂ ਹੁੰਦੀ, ਉਹ ਸੈੱਲ ਦੇ ਕਨੈਕਸ਼ਨਾਂ 'ਚ ਹੁੰਦੀ ਹੈ। ਇਸ ਲਈ ਬ੍ਰੇਨ ਦੇ ਵਿੱਚ ਜਦੋਂ ਕੋਈ ਚੇਂਜਸ ਆਉਂਦੀਆਂ ਤਾਂ ਉਹਦਾ ਬੜਾ ਜ਼ਿਆਦਾ ਅਸਰ ਦੇਖਣ ਨੂੰ ਬੜੀ ਛੇਤੀ ਮਿਲਦਾ। ਸੋ ਸੈੱਲ ਦੇ ਅੰਦਰ ਫਿਰ ਕਿਹੜਾ ਮਿਲਿਓ ਹੈ, ਸੈੱਲ ਦਾ ਬਾਹਰ ਦਾ ਮਿਲਿਓ, ਸੈੱਲ ਦੇ ਅੰਦਰ ਦਾ ਮਿਲਿਓ, ਉਹ 'ਚ ਕਿਹੜੇ ਨੇ ਪ੍ਰੋਟੀਨਾਂ, ਕਿਹੜੇ ਨੇ ਐਂਜ਼ਾਈਮਸ, ਉਹ ਹਜ਼ਾਰਾਂ ਦੀ ਤਾਦਾਦ 'ਚ ਨੇ। ਇਹ ਤੇ ਮਿਲਿਓ ਤੇ ਬੜਾ ਹੀ ਔਖਾ ਹੋ ਗਿਆ। ਹੁਣ ਜਿਹਨੂੰ ਵਾਪਸ ਲੈ ਕੇ ਚੱਲੀਏ, ਸੈੱਲ ਦੇ ਅੰਦਰ ਦਾ ਮਿਲਿਓ, ਸੈੱਲ ਦੇ ਬਾਹਰ ਦਾ ਮਿਲਿਓ, ਸੈੱਲ ਤੇ ਸੈੱਲ ਦੇ ਆਪਸ ਇੰਟਰੈਕਸ਼ਨ ਦਾ ਮਿਲਿਓ, ਜਿਹੜੇ ਟਿਸ਼ੂ ਬਣਾਉਂਦੇ ਨੇ, ਟਿਸ਼ੂ ਔਰਗਨਸ ਬਣਾਉਂਦੇ ਨੇ, ਔਰਗਨਸ ਸਿਸਟਮਸ ਬਣਾਉਂਦੇ ਨੇ, ਸਿਸਟਮ ਬੋਡੀ ਬਣਾਉਂਦੀ ਹੈ, ਫਿਰ ਬੋਡੀ ਜਿਹੜੀ ਹੈ ਉਹ ਕਿਸੇ ਕੌਂਟੈਕਸਟ 'ਚ ਜਿਉਂਦੀ ਹੈ। ਉਹਦੇ ਬਾਹਰ ਦੇ এনवायरमेंट ਜਿਹਦੇ ਵਿੱਚ ਵੈਦਰ ਵੀ ਹੈ, ਟੈਂਪਰੇਚਰ ਵੀ ਹੈ। ਹਾਂਜੀ, ਵੈਦਰ, ਕਲਾਈਮੇਟ ਤੇ ਮਿਲਿਓ ਤਿੰਨ ਵੱਖ-ਵੱਖ ਲੈਵਲ ਨੇ ਨਾ। ਵੈਦਰ ਹੁੰਦਾ ਕਿ ਅੱਜ ਹੁਣ ਬਾਹਰ ਕੀ ਹੈ, ਧੁੱਪ ਨਿਕਲੀ ਹੋਈ ਹੈ, ਹਾਂਜੀ, ਤੇ ਇਹ ਟੈਂਪਰੇਚਰ, ਇਹ ਅੱਜ ਦਾ ਵੈਦਰ ਹੈ। ਕਲਾਈਮੇਟ ਹੁੰਦਾ ਕਿ ਕਿਸੇ ਇੱਕ ਜਿਓਗ੍ਰਾਫੀਕਲ ਏਰੀਏ ਦੇ ਵਿੱਚ ਓਵਰ ਦ ਈਅਰਸ, ਲੰਬੇ ਸਮੇਂ ਲਈ ਕਈ ਸਾਲਾਂ ਦਾ ਐਵਰੇਜ ਕਿਹੋ ਜਿਹਾ ਚੱਲ ਰਿਹਾ। ਕਿ ਅਸੀਂ ਜੇ ਕਹੀਏ ਕਿ ਸਕੈਂਡੀਨੇਵੀਅਨ ਦੇਸ਼ਾਂ ਦੇ ਵਿੱਚ ਅਪ੍ਰੈਲ ਦੇ ਮਹੀਨੇ ਦਾ ਕਲਾਈਮੇਟ ਜਿਹੜਾ ਵੈ ਉਹ ਇੰਜ ਮਿੱਠਾ ਮਿੱਠਾ, ਨਿੱਘਾ ਨਿੱਘਾ, ਪਰ ਠੰਡਾ ਹੁੰਦਾ। ਤੇ ਕਲਾਈਮੇਟ ਦੀ ਪ੍ਰੋਬਲਮ ਆ ਰਹੀ ਹੈ, ਇੰਡੀਵਿਜੂਅਲ ਡੇ ਟੂ ਡੇ ਵੇਰੀਏਸ਼ਨ ਵੈਦਰ ਦੀ ਗੱਲ ਦੂਜੀ ਹੈ। ਫਿਰ ਤੀਜਾ ਫਿਰ ਬਣਦਾ ਲੈਵਲ ਮਿਲਿਓ ਦਾ। ਸੋ ਹਿਊਮਨ ਬੀਇੰਗ ਉਹਦਾ ਫਿਰ ਇੱਕ ਗਰੁੱਪ ਦਾ ਹਿੱਸਾ ਹੈ, ਇੱਕ ਪਾਪੂਲੇਸ਼ਨ ਦਾ ਹਿੱਸਾ ਹੈ। ਤੇ ਹਿਊਮਨ ਬੀਇੰਗ ਦੇ ਵਿੱਚ ਉਹਦੇ ਮਾਈਂਡ ਦਾ ਜਿਹੜਾ ਇਫੈਕਟ ਹੈ, ਸਿਰਫ ਮਾਈਂਡ ਹੀ ਨਹੀਂ, ਉਹਦੀ ਬੋਡੀ ਦੇ ਅੰਦਰ, ਸਾਡੀ ਆਪਣੇ ਸਰੀਰ ਦੇ ਅੰਦਰ ਕੋਈ 10 ਲੱਖ ਵੱਖ-ਵੱਖ ਕਿਸਮ ਦੇ ਬੈਕਟੀਰੀਆ ਜਿਉਂਦੇ ਨੇ, ਜਿਨ੍ਹਾਂ ਕਰਕੇ ਅਸੀਂ ਜਿਉਂਦੇ ਹਾਂ। ਉਹ ਇੱਕ এনवायरमेंट ਕ੍ਰੀਏਟ ਕਰਦੇ ਨੇ, ਹਾਂਜੀ। ਤੇ ਇਹ ਮਾਈਂਡ ਤੇ ਖਾਸ ਕਰਕੇ ਹਿਊਮਨ ਮਾਈਂਡ ਦਾ ਤੇ ਬੋਡੀ ਦਾ ਇੰਨਾ ਜ਼ਿਆਦਾ ਇਫੈਕਟ ਘੱਟੋ ਘੱਟ ਰਿਸਰਚ ਹੋਇਆ, ਰਿਸਰਚ ਉਹਦੇ 'ਤੇ ਹੋਈ ਆ। ਦੂਜੇ ਜਾਨਵਰਾਂ ਉੱਤੇ ਮਾਈਂਡ ਬੋਡੀ ਰਿਲੇਸ਼ਨਸ਼ਿਪ ਦੇ ਉੱਤੇ ਰਿਸਰਚ ਕਰਨੀ ਵੀ ਥੋੜ੍ਹੀ ਮੁਸ਼ਕਿਲ ਹੈ, ਪਰ ਕਈ ਥਾਂ 'ਤੇ ਹੈਗੇ ਡੇਟਾ। ਇਹ ਜਿਹੜੇ ਲੈਵਲ ਦੀ ਮੈਂ ਤੁਹਾਨੂੰ ਅੱਜ ਐਗਜ਼ਾਮਪਲਾਂ ਦਿੱਤੀਆਂ ਨੇ ਕਿ ਬਈ এনवायरमेंट ਜਿਹੜਾ ਵੈ ਯੂਨੀਵਰਸ ਤੋਂ ਲੈ ਕੇ ਇਨਰ ਤੱਕ, ਇਹ ਫਿਰ ਦੂਜਾ ਸਟੈਪ ਉਹ ਬਣਦਾ ਜਿਨ੍ਹਾਂ ਦੇ ਮੁਕਾਬਲੇ ਵਿੱਚ ਇਹ ਤੇ ਹਜ਼ਾਰਾਂ ਗੁਣਾ ਜ਼ਿਆਦਾ ਵੱਡਾ ਚੈਲੰਜ ਹੈ। ਉਹਨੂੰ ਚੇਂਜ ਕਰਨਾ, ਉਹਨੂੰ ਲੱਭਣਾ। ਇਹ ਅਗਲੇ ਜਿਹੜੇ 1-2 ਲੈਕਚਰ ਨੇ ਇਹਦੇ ਉੱਤੇ ਹੀ ਗੱਲ ਕਰਨੀ ਪੈਣੀ ਹੈ ਕਿ ਸਾਇੰਸ ਕਿਹੜੇ এনवायरमेंट, ਕਿਹੜੇ ਮਿਲਿਓ ਦੇ ਫੈਕਟਰਸ ਦੇ ਵਿੱਚ ਕੰਮ ਕਰਦੀ ਪਈ ਹੈ ਜਾਂ ਕਰ ਸਕਦੀ ਹੈ, ਜੇ ਕਰੇਗੀ। ਸਮਾਜ ਕਿਹੜੇ ਮਿਲਿਓ ਦਾ ਫਰਕ ਕਬ ਕਰ ਸਕਦਾ, ਤੇ ਬਾਕੀ ਹੋਰ ਜਿਹੜੀ ਸੋਸ਼ੀਓਲੋਜੀ ਦੀ ਟੈਕਨੋਲੋਜੀ, ਮਾਈਂਡ ਦਾ ਮਿਲਿਓ ਤੇ ਕੀ ਇਫੈਕਟ ਹੋਏਗਾ। ਤੇ ਹੋ ਰਿਹਾ ਜਿਹਦੇ ਕਰਕੇ ਹੀ ਅਸੀਂ ਬੜੀਆਂ ਲੰਬੀਆਂ ਜੀਂਦੇ ਪਏ ਹਾਂ ਤੇ ਸਿਹਤਮੰਦ ਬੁਢਾਪੇ ਦੀ ਆਸ ਵੀ ਕਰਦੇ ਹਾਂ, ਤੇ ਸਿਹਤਮੰਦ ਬੁਢਾਪਾ ਮਿਲੇਗਾ ਵੀ। ਉਹਦੇ ਵਿੱਚ ਇਹਦੇ ਸਾਰੇ ਲੈਵਲ ਮਿਲਿਓਜ਼ ਦੇ ਬੜੇ ਜ਼ਰੂਰੀ ਨੇ। ਉਹ ਹੁਣ ਅਸੀਂ ਅੱਜ ਤੋਂ ਬਾਅਦ ਉਹਦੇ ਵਿੱਚ ਇੱਕ ਸਟੈਪ ਲੈ ਕੇ ਚੱਲਾਂਗੇ ਕਿ ਮਨੁੱਖ ਜਿਹੜਾ ਵੈ ਆਪਣੇ ਜੈਨੇਟਿਕਸ ਨੂੰ ਚੇਂਜ ਕਰਕੇ ਜਾਂ ਨਾ ਕਰਕੇ, ਪਰ ਦੇ ਲੈਵਲ ਤੇ ਕੀ ਕਰ ਸਕਦਾ। ਕਿਉਂਕਿ ਹਾਲੀ ਅਸੀਂ ਦੇ ਉੱਤੇ ਹੀ ਸਾਰਾ ਵਰਕ ਹੋ ਰਿਹਾ। ਜੀਨਸ ਦੀ ਹਾਲੀ ਫਿਊਚਰ 'ਚ ਹੋਏਗਾ ਜ਼ਿਆਦਾ ਕੰਮ। ਹੁਣ ਜੋ ਕੁਝ ਵੀ ਅਸੀਂ ਕਰ ਰਹੇ ਹਾਂ, ਭੋਜਨ ਖਾਣ ਤੋਂ ਲੈ ਕੇ, ਚੰਗਾ ਵਿਵਹਾਰ ਤੋਂ ਲੈ ਕੇ, ਚੰਗੇ ਫਿਜ਼ੀਕਲ ਤੇ ਮੈਂਟਲ ਐਕਟੀਵਿਟੀ ਤੋਂ ਲੈ ਕੇ, ਉਹ ਦਵਾਈਆਂ ਤੋਂ ਲੈ ਕੇ, ਐਕਸਰਸਾਈਜ਼ ਤੋਂ ਲੈ ਕੇ, ਉਹ ਸਾਰਾ ਕੁਝ ਇਸ ਦੇ ਵਿੱਚ ਆਏਗਾ। ਉਹ ਫਿਰ ਉਹਨੂੰ ਪਰ ਅਸੀਂ ਕਿਵੇਂ ਅੰਡਰਸਟੈਂਡ ਕਰਨਾ ਕਿ ਉਹ ਦੀਆਂ ਕੀ ਕੈਟੇਗਰੀਜ਼ ਨੇ। ਉਹ ਜਿਵੇਂ ਮੈਂ ਕੈਟੇਗਰੀਜ਼ 4 ਦਿੱਤੀਆਂ ਸੀ ਨਾ, ਕਿ ਪਹਿਲੇ ਤੇ ਅਸੀਂ ਜੀਨ ਥੈਰੇਪੀ ਦੀ,
ਫਿਰ ਜਾਂ ਪੀਸ ਮੀਲ ਰੈਮਡੀਜ਼ ਜਿਹਦੇ ਵਿੱਚ ਫਿਰ ਇਹ ਹੋਲਿਸਟਿਕ ਇੰਟਰਵੈਂਸ਼ਨ ਹੁੰਦੀ ਹੈ। ਫਿਰ ਆਉਣਗੀਆਂ ਉਸ ਤੋਂ ਬਾਅਦ ਰਿਪਲੈਨਿਸ਼ਮੈਂਟ ਜਾਂ ਸੁਪਰਫਿਸ਼ੀਅਲ ਚੀਜ਼ਾਂ ਦੀ, ਸੁਪਰਫਿਸ਼ੀਅਲ ਕਿ ਅਸੀਂ ਉੱਤੋਂ ਆਪਣੇ ਆਪ ਨੂੰ ਕਿਵੇਂ ਕਰ ਸਕਦੇ ਹਾਂ। ਸੋ ਕੱਲ੍ਹ ਮੋਸਟ ਲਾਈਕਲੀ ਅਸੀਂ ਇਹਦੇ 'ਤੇ ਗੱਲ ਵਧਾਵਾਂਗੇ ਕਿ ਅਸੀਂ ਬੇਸਿਕ ਲੈਵਲ ਦੇ ਉੱਤੇ, ਮਿਨੀਮਲ ਸੁਪਰਫਿਸ਼ੀਅਲ ਲੈਵਲ 'ਤੇ ਆਪਣੀ ਚੰਗੀ ਸਿਹਤ ਲਈ, ਆਪਣੇ ਚੰਗੇ ਬੁਢੇਪੇ ਲਈ ਕੀ ਕੀ ਕਰ ਸਕਦੇ ਹਾਂ। ਅਤੇ ਉਹਦੀ ਸਟਾਰਟ ਵੈਸੇ ਹੋਏਗੀ ਕੋਸਮੈਟਿਕਸ ਤੋਂ, ਕਿਉਂਕਿ ਸਭ ਤੋਂ ਸੁਪਰਫਿਸ਼ੀਅਲ ਜਿਹੜੀ ਅਸੀਂ ਕੁਝ ਆਪਣੇ ਬੋਡੀ ਲਈ ਕਰ ਸਕਦੇ ਹਾਂ ਉਹ ਹੈ ਕੋਸਮੈਟਿਕਸ। ਅਤੇ ਜੇ ਤੁਸੀਂ ਧਿਆਨ ਦੇਵੋ ਇਹ ਵਰਡ ਕੋਸਮੈਟਿਕ ਦੀ ਪੰਜਾਬੀ ਜਾਂ ਇਹ ਕਰੀਮ ਨਹੀਂ ਹੈ, ਮੈਨੂੰ ਨਹੀਂ ਕਹਿੰਦਾ ਉਹਨੂੰ ਉਤਲਾ ਇੰਗਲਿਸ਼ 'ਚ ਕੋਸਮੈਟਿਕ ਦਾ ਮਤਲਬ ਇਹੀ ਹੁੰਦਾ ਸੁਪਰਫਿਸ਼ੀਅਲ, ਕਿ ਉੱਤੋਂ ਲੱਪਾ ਪੋਚਾ ਲਾਣਾ। ਉਹਦੇ ਨਾਲ ਅੰਦਰੂਨੀ ਫਰਕ ਪਵੇ ਕਿ ਨਾ ਪਵੇ, ਪੈਂਦਾ ਕਿ ਨਹੀਂ ਪੈਂਦਾ। ਕਰੋੜਾਂ ਅਰਬਾਂ ਡਾਲਰਾਂ ਦਾ ਜਿਹੜਾ ਬਿਜ਼ਨਸ ਹੈ ਉਹ ਕੋਸਮੈਟਿਕਸ ਦੇ ਉੱਤੇ ਚੱਲਦਾ ਹੈ। ਐਂਟੀ ਰਿੰਕਲ ਕਰੀਮਸ ਐਂਡ ਵਾਈਟਨਿੰਗ ਏਜੰਟਸ, ਫੇਅਰ ਐਂਡ ਲਵਲੀ। ਉਹ ਡਿਪੈਂਡ ਫਿਰ ਕਲਚਰ ਦੇ ਉੱਤੇ ਕਰਦਾ ਕਿ ਜਿਵੇਂ ਪੱਛਮ ਦੇ ਦੇਸ਼ਾਂ ਵਿੱਚ ਬੜੀ ਡਿਮਾਂਡ ਹੈ ਐਂਟੀ ਰਿੰਕਲ ਕਰੀਮਸ ਦੀ, ਐਂਟੀ ਰਿੰਕਲ ਕੋਸਮੈਟਿਕਸ ਦੀ। ਪਰ ਜੈਪਨੀਜ਼ ਅਤੇ ਚਾਈਨੀਜ਼, ਜਿੱਥੇ ਕਿ ਮੇਰਾ ਆਉਣਾ ਜਾਣਾ ਹੋਇਆ, ਉਹਨਾਂ ਨੂੰ ਐਂਟੀ ਰਿੰਕਲ ਨਾਲੋਂ ਵਾਈਟਨਿੰਗ ਏਜੰਟ ਚਾਹੀਦਾ। ਉਹ ਮਾਰਬਲ ਵਾਈਟ ਹੋਣਾ ਚਾਹੁੰਦੇ ਨੇ। ਸਾਨੂੰ ਲੱਗਦਾ ਕਿ ਜਾਪਾਨੀ ਤਾਂ ਪਹਿਲਾਂ ਹੀ ਚਿੱਟੇ ਹੁੰਦੇ ਨੇ। ਇੰਡੀਆ ਦੇ ਵਿੱਚ ਵੀ ਮੇਨ ਜਿਹੜੀ ਓਬਸੈਸ਼ਨ ਹੈ ਉਹ ਕਲਰ ਦੇ ਨਾਲ ਦੀ ਤਰ੍ਹਾਂ ਕਿ ਜਿਹੜੀ ਫੇਅਰ ਐਂਡ ਲਵਲੀ, ਹਾਂਜੀ, ਕਿੰਨਾ ਭੇਦ ਭਾਵ ਅਸੀਂ ਕਰਦੇ ਹਾਂ। ਕਦੇ ਮੈਰਿਜ ਦੇ ਐਡਵਰਟੀਜ਼ਮੈਂਟਾਂ 'ਤੇ ਦੇਖਿਆ ਜੇ ਲਿਖਿਆ ਕਿ ਕੁੜੀ ਸਾਡੀ ਫੇਅਰ ਕੰਪਲੈਕਸ਼ਨ ਨਹੀਂ ਹੈ, ਉਹ ਪਹਿਲਾ ਸੈਂਟੈਂਸ ਹੀ ਹੁੰਦਾ ਫੇਅਰ ਕੰਪਲੈਕਸ਼ਨ। ਸਾਊਥ ਇੰਡੀਆ ਵਾਲੇ ਵੀ ਰਹਿੰਦੇ ਹੋਏ ਉਹਦੇ ਵਿੱਚ ਵੀ ਉਹੀ ਐਕਟਰ ਕੁੜੀਆਂ ਨੂੰ ਜ਼ਿਆਦਾ ਚਾਂਸ ਮਿਲਦੇ ਜਿਹੜੀਆਂ ਥੋੜ੍ਹੀਆਂ ਸਾਫ਼ ਰੰਗ, ਜਿਹਨੂੰ ਸਾਫ਼ ਰੰਗ ਕਹਿੰਦੇ ਆ, ਚਿੱਟਾ ਰੰਗ ਹੋਵੇ। ਸੋ ਇਹ ਕੋਸਮੈਟਿਕਸ ਜਿਹੜੀ ਹੈ ਇਹ ਬੜਾ ਫੈਸੀਨੇਟਿੰਗ ਕੌਨਸੈਪਟ ਹੈ ਕਿ ਕੋਸਮੈਟਿਕ ਦਾ ਮਤਲਬ ਇਹ ਹੈ ਵਿਚ ਡਜ਼ ਨਾਟ ਡੂ ਐਨੀਥਿੰਗ। ਕੋਸਮੈਟਿਕ ਚੇਂਜ, ਜੀ ਗੱਲਾਂ ਲਾ ਲੀਆਂ। ਇਹ ਡੈਫੀਨੇਸ਼ਨ ਹੈ ਕੋਸਮੈਟਿਕਸ ਦੀ ਕਿ ਕੋਸਮੈਟਿਕਸ ਆਰ ਦ ਪ੍ਰੋਡਕਟਸ ਵਿਚ ਡੂ ਨਾਟ ਡੂ ਐਨੀਥਿੰਗ ਟੂ ਦ ਬੋਡੀ, ਗੁੱਡ ਔਰ ਨੈਗੇਟਿਵ ਔਰ ਬੈਡ। ਉਹਦਾ ਇਹ ਜ਼ਰੂਰ ਹੁੰਦਾ ਕਿ ਉਹ ਕੋਈ ਨੁਕਸਾਨ ਨਾ ਕਰੇ, ਤਾਂ ਹੀ ਲਾਇਸੈਂਸ ਬਣਦਾ। ਜੇ ਉਹਦਾ ਫਾਇਦਾ ਕੀ ਹੋ ਸਕਦਾ, ਜੇ ਉਹ ਵਾਕਈ ਫਾਇਦਾ ਹੁੰਦਾ ਹੋਵੇ ਨਾ ਤਾਂ ਉਹ ਕੋਸਮੈਟਿਕਸ ਬੈਨ ਹੋ ਜਾਂਦੀ ਹੈ। ਸੋ ਕੋਸਮੈਟਿਕਸ ਲੈਣੀਆਂ ਬਹੁਤ ਜ਼ਰੂਰੀ ਨੇ। ਉਹਦੀ ਕੱਲ੍ਹ ਗੱਲ ਕਰਾਂਗੇ ਕਿ ਉਹਦੇ ਫਾਇਦੇ ਅਤੇ ਨੁਕਸਾਨ ਕੀ ਨੇ। ਪਰ ਕੋਸਮੈਟਿਕਸ ਇੱਕ ਪਹਿਲਾ ਸਾਡਾ ਅਟੈਂਪਟ ਹੈ ਡੇਲੀ ਬੇਸਿਸ 'ਤੇ ਆਪਣੇ ਐਨਵਾਇਰਨਮੈਂਟ ਨੂੰ, ਆਪਣੇ ਮਿਲੀਓ ਨੂੰ ਕਾਬੂ 'ਚ ਕਰਨਾ, ਅਤੇ ਜਾਂ ਆਪਣੀ ਚਮੜੀ ਨੂੰ ਤੇ ਉਸ ਕਿਸਮ ਦਾ ਚੰਗਾ ਇਨਵਾਇਰਨਮੈਂਟ ਦੇਣਾ ਤਾਂ ਕਿ ਉਹਦੇ ਵਿੱਚ ਜੋ ਚੀਜ਼ ਸਾਨੂੰ ਨਹੀਂ ਪਸੰਦ ਉਹ ਅਸੀਂ ਆਉਣ ਤੋਂ ਰੋਕੀਏ। ਮੋਸਟਲੀ ਤਾਂ ਝੁਰੜੀਆਂ ਦੇ ਵਿਰੋਧ ਹੀ ਕਰਦੇ ਆ ਨਾ, ਜਦ ਕਿ ਝੁਰੜੀ ਕੋਈ ਬਿਮਾਰੀ ਨਹੀਂ ਹੈ। ਝੁਰੜੀ ਇੱਕ ਸਮਾਜਿਕ ਬਿਮਾਰੀ ਹੈ, ਉਹ ਬਾਇਓਲੋਜੀਕਲ ਬਿਮਾਰੀ ਨਹੀਂ ਹੈ। ਸੋ ਅੱਜ ਦੀ ਗੱਲਬਾਤ ਅਸੀਂ ਇੱਥੇ ਹੀ ਸਿਰੇ ਚੜਾਉਂਦੇ ਹਾਂ ਕਿ ਜੀ ਪਹਿਲਾਂ E=G ਫਾਰ ਜੀਨਸ, M ਫਾਰ ਮਿਲੀਓ। ਅਤੇ ਮਿਲੀਓ ਜਿਹੜਾ ਵੈ ਉਹ ਬਹੁਤ ਹੀ ਕੰਪਲੈਕਸ ਅਤੇ ਵੱਡੇ ਤੋਂ ਵੱਡੇ ਲੈਵਲ ਦੇ ਉੱਤੇ ਹੈ। ਅਤੇ ਮਿਲੀਓ ਦੀ ਜਿਹੜੀ ਬੇਸਿਕ ਸ਼ੁਰੂ ਹੁੰਦੀ ਹੈ ਕਿ ਅਸੀਂ ਕੀ ਕਰ ਸਕਦੇ ਹਾਂ ਮਿਲੀਓ, ਉਹ ਹੈ ਕੋਸਮੈਟਿਕਸ ਤੋਂ। ਅਤੇ ਕੋਸਮੈਟਿਕਸ ਹੈ ਤੇ ਕੋਸਮੈਟਿਕਸ, ਪਰ ਉਹਦੇ ਹੋਰ ਵੀ ਬੜੇ ਫਾਇਦੇ ਨੇ। ਕੀ ਨੇ ਸਰੀਰਕ, ਮਾਨਸਿਕ, ਉਹ ਫਿਰ ਕੱਲ੍ਹ ਕਰਾਂਗੇ। ਹਾਂਜੀ, आज की मुलाकात बस इतनी।